होशिया की किताब उसका पहला अध्याय। होशिया का ब्याह। यहोवा की बाणी जेड़ी यहूदा के पातशाह उज्जियाह, योथाम, आहाज अते हिजकिय्याह के दिनां विच अते इसराइल के पातशाह योआस के पुत्र जराबोआम के दिनां विच बेरी के पुत्र होशिया नूं आई। जद यहोवा पहला होशिया के राही बोलिया तां यहोवा ने होशिया नूं आख्या, जा अपने लिए एक तीवी अते जनाह दे बच्चे लै, क्यों जो देश ने यहोवा नूं छड्ड के बड़ा जनाह कीता है। तां उस जाके दिबलाइम दी धी गोमर नूं ब्याह लियाए। ਉਹ ਗਰਭਵਤੀ ਹੋਈ ਅਤੇ ਉਹਦੇ ਲਈ ਇੱਕ ਪੁੱਤਰ ਜਨੇ। ਯਹੋਵਾ ਨੇ ਉਸ ਨੂੰ ਆਖਿਆ, ਉਸ ਦਾ ਨਾਮ ਇਜ਼ਰਾਈਲ ਰੱਖ, ਕਿਉਂ ਜੋ ਥੋੜੇ ਚਿਰ ਨੂੰ ਮੈਂ ਇਜ਼ਰਾਈਲ ਦੇ ਖੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਜ਼ਰਾਈਲ ਦੇ ਘਰਾਣੇ ਦੀ ਪਾਤਸ਼ਾਹੀ ਨੂੰ ਮੁਕਾ ਦਿਆਂਗਾ। ਤਾਂ ਉਸੇ ਦਿਨ ਇਉਂ ਹੋਵੇਗਾ ਕਿ ਮੈਂ ਇਸਰਾਇਲ ਦਾ ਧਨੁੱਖ ਇਜ਼ਰਾਈਲ ਦੀ ਆਬਾਦੀ ਵਿੱਚ ਭੰਨ ਸੁੱਟਾਂਗਾ। ਉਹ ਫਿਰ ਗਰਭਵਤੀ ਹੋਈ ਅਤੇ ਇੱਕ ਧੀ ਜਨੀ ਅਤੇ ਉਸਨੇ ਉਸ ਨੂੰ ਆਖਿਆ, ਇਸ ਦਾ ਨਾਂ ਲੋਰਹਾਮਾਮ ਰੱਖ, ਕਿਉਂ ਜੋ ਮੈਂ ਫਿਰ ਇਸਰਾਇਲ ਦੇ ਘਰਾਣੇ ਉੱਤੇ ਹੋਰ ਰਹਿਮ ਨਾ ਕਰਾਂਗਾ, ਨਾ ਉਹਨਾਂ ਨੂੰ ਕਦੇ ਵੀ ਮਾਫ ਕਰਾਂਗਾ, ਪਰ ਮੈਂ ਯਹੂਦਾ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਯਹੋਵਾ ਉਹਨਾਂ ਦੇ ਪਰਮੇਸ਼ਵਰ ਦੇ ਰਾਹੀਂ ਬਚਾਵਾਂਗਾ। ਪਰ ਮੈਂ ਉਹਨਾਂ ਨੂੰ ਧਨੁੱਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆਂ ਨਾਲ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ। ਲੋ ਰੂਹਾਮਾਂ ਦੇ ਦੁੱਧ ਛਡਾਉਣ ਦੇ ਪਿੱਛੋਂ ਉਹ ਗਰਭਵਤੀ ਹੋਈ ਅਤੇ ਪੁੱਤਰ ਜਨੇ। ਤਾਂ ਉਸ ਨੇ ਆਖਿਆ, ਇਹਦਾ ਨਾਂ ਲੋ ਅੰਮੀ ਰੱਖ, ਕਿਉਂ ਜੋ ਤੁਸੀਂ ਮੇਰੀ ਪ੍ਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਨਹੀਂ ਹੋਵਾਂ। ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂ ਹੋਵੇਗੀ, ਜਿਹੜੀ ਮਿਣੀ ਗਿਣੀ ਨਹੀਂ ਜਾ ਸਕਦੀ। ਇਉਂ ਹੋਵੇਗਾ ਕਿ ਜਿਸ ਥਾਂ ਉਹਨਾਂ ਨੂੰ ਕਿਹਾ ਗਿਆ ਸੀ, ਤੁਸੀਂ ਮੇਰੀ ਪ੍ਰਜਾ ਨਹੀਂ ਹੋ, ਉੱਥੇ ਉਹਨਾਂ ਨੂੰ ਕਿਹਾ ਜਾਵੇਗਾ, ਤੁਸੀਂ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ। ਅਤੇ ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਪ੍ਰਮੁੱਖ ਠਹਿਰਾਉਣਗੇ। ਉਹ ਇਸ ਦੇਸ਼ ਵਿੱਚੋਂ ਉਤਾਂ ਜਾਣਗੇ, ਕਿਉਂ ਜੋ ਇਜ਼ਰਾइल ਦਾ ਦਿਨ ਮਹਾਨ ਹੋਵੇਗਾ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ ਦੂਸਰਾ ਅਧਿਆਇ। ਯਹੋਵਾ ਦੀ ਮੰਗੇਤਰ। ਆਪਣੇ ਭਰਾਵਾਂ ਨੂੰ ਅੰਮੀ ਅਤੇ ਆਪਣੀਆਂ ਭੈਣਾਂ ਨੂੰ ਰੂਹਾਮਾਂ ਆਖੋ। ਆਪਣੀ ਮਾਂ ਅੱਗੇ ਢੁੱਡ ਢਾਹੋ, ਢੁੱਚ ਢਾਹੋ। ਉਹ ਤਾਂ ਮੇਰੀ ਧੀਵੀਂ ਨਹੀਂ, ਨਾ ਮੈਂ ਉਸ ਦਾ ਮਨੁੱਖ ਹਾਂ। ਉਹ ਆਪਣੇ ਜਨਾਹ ਅਤੇ ਆਪਣੇ ਅੱਗਿਓਂ ਅਤੇ ਆਪਣੇ ਵਿਵਚਾਰ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ। ਮਤੇ ਮੈਂ ਉਹਨਾਂ ਨੂੰ ਨੰਗੀ ਕਰ ਸੁੱਟਾ ਅਤੇ ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਤਿਵੇਂ ਫੇਰ ਕਰ ਦਿਆ ਅਤੇ ਉਹਨੂੰ ਉਜਾੜ ਵਾਂਗੂ ਬਣਾ ਦਿਆਂ। ਉਹਨੂੰ ਇੱਕ ਸੁੱਕੀ ਧਰਤੀ ਵਾਂਗੂ ਠਹਿਰਾ ਦਿਆਂ ਅਤੇ ਉਹਨੂੰ ਤੀਹਾਂ ਨਾਲ ਮਾਰ ਦਿਆਂ। ਮੈਂ ਉਸਦੇ ਬੱਚਿਆਂ 'ਤੇ ਰਹਿਮ ਨਾ ਕਰਾਂਗਾ, ਕਿਉਂ ਜੋ ਉਹ ਜਨਾਹ ਦੇ ਬੱਚੇ ਹਨ। ਉਹਨਾਂ ਦੀ ਮਾਂ ਨੇ ਜਨਾਹ ਕੀਤਾ ਹੈ, ਉਹਨਾਂ ਦੀ ਜਨਨੀ ਨੇ ਸ਼ਰਮ ਦਾ ਕੰਮ ਕੀਤਾ ਹੈ, ਕਿਉਂ ਜੋ ਉਸਨੇ ਆਖਿਆ, ਮੈਂ ਆਪਣੇ ਝਗੜਿਆਂ ਦੇ ਮਗਰ ਜਾਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਮੇਰਾ ਪਾਣੀ ਦਿੰਦੇ ਹਨ। ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ। ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ। ਮੈਂ ਉਹਦੇ ਅੱਗੇ ਕੰਧ ਬਣਾ ਦਿਆਂਗਾ, ਭਾਈ ਉਹ ਆਪਣੇ ਰਾਹਾਂ ਨੂੰ ਨਾ ਪਵੇ। ਉਹ ਆਪਣੇ ਝਗੜਿਆਂ ਦੇ ਪਿੱਛੇ ਜਾਵੇਗੀ, ਪਰ ਉਹ ਉਹਨਾਂ ਨੂੰ ਨਾ ਪਾਵੇਗੀ। ਉਹ ਉਹਨਾਂ ਨੂੰ ਭਾਲੇਗੀ, ਪਰ ਪਾਵੇਗੀ ਨਾ। ਤਾਂ ਉਹ ਆਖੇਗੀ, ਮੈਂ ਜਾਵਾਂਗੀ ਅਤੇ ਆਪਣੇ ਪਹਿਲੇ ਮਨੁੱਖ ਵੱਲ ਮੁੜਾਂਗੀ, ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ। ਉਹਨੇ ਨਾ ਜਾਤਾ ਕਿ ਮੈਂ ਹੀ ਉਹਨੂੰ ਅੰਨ, ਨਵੀਂ ਮੈਂ ਅਤੇ ਤੇਲ ਦਿੰਦਾ ਸਾਂ ਅਤੇ ਉਹਨੂੰ ਚਾਂਦੀ, ਸੋਨਾ, ਵਾਪਰ ਦਿੰਦਾ ਰਿਹਾ, ਜਿਹੜਾ ਉਹਨਾਂ ਨੇ ਬਾਲ ਲਈ ਵਰਤਾਇਆ। ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਆਵਾਂਗਾ, ਨਾਲੇ ਨਵੀਂ ਮੈਂ ਉਸ ਦੀ ਰੁੱਤ ਸਿਰ। ਮੈਂ ਆਪਣੀ ਉੱਨ ਔਰ ਆਪਣੀ ਕਤਾਨ ਚੁੱਕ ਲਾਵਾਂਗਾ, ਜੋ ਉਸਦੇ ਨੰਗੇਜ਼ ਨੂੰ ਕੱਜਣ ਲਈ ਸੀ,
ਹੁਣ ਮੈਂ ਉਹਨਾਂ ਨੂੰ ਲੱਛਣਪੁਣਾ ਉਹਦੇ ਝਗੜਿਆਂ ਦੇ ਸਾਹਮਣੇ ਖੋਲ ਦਿਆਂਗਾ ਅਤੇ ਕੋਈ ਉਹਨੂੰ ਮੇਰੇ ਹੱਥੋਂ ਛੁਡਾਵੇਗਾ ਨਾ। ਮੈਂ ਉਹਦੀ ਸਾਰੀ ਖੁਸ਼ੀ ਮੁਕਾ ਦਿਆਂਗਾ, ਉਹਦੇ ਪਰਬ, ਉਹਦੀਆਂ ਅੰਸੀਆਂ, ਉਹਦੇ ਸ਼ਬਦ ਅਤੇ ਉਹਦੇ ਸਭ ਮਿੱਥੇ ਹੋਏ ਪਰਬ। ਮੈਂ ਉਹਦੀਆਂ ਅੰਗੂਰੀ ਵੇਲਾਂ ਅਤੇ ਅੰਜੀਰਾਂ ਨੂੰ ਵੀਰਾਨ ਕਰ ਦਾਂਗਾ, ਜਿਸ ਦੇ ਵਿਖੇ ਉਸ ਨੇ ਆਖਿਆ, ਇਹ ਮੇਰੀ ਖਰਚੀ ਹੈ ਜਿਹਨੂੰ ਮੇਰੇ ਝਗੜਿਆਂ ਨੇ ਮੈਨੂੰ ਦਿੱਤਾ। ਮੈਂ ਉਹਨਾਂ ਨੂੰ ਜੰਗਲ ਬਣਾ ਦੇਵਾਂਗਾ ਅਤੇ ਜੰਗਲੀ ਦਰਿੰਦੇ ਉਹਨਾਂ ਨੂੰ ਖਾਣਗੇ। ਮੈਂ ਉਹਨਾਂ ਉੱਤੇ ਬਾਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ, ਜਿਨ੍ਹਾਂ ਦੇ ਲਈ ਉਸ ਧੂਪ ਧੁਖਾਈ ਅਤੇ ਬਾਲੀਆਂ ਨੂੰ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਝਗੜਿਆਂ ਦੇ ਪਿੱਛੇ ਗਈ, ਪਰ ਮੈਨੂੰ ਭੁੱਲ ਗਏ। ਯਹੋਵਾ ਦਾ ਵਾਕ ਹੈ। ਇਸ ਲਈ ਵੇਖ, ਮੈਂ ਉਹਨੂੰ ਮੋਹ ਲਵਾਂਗਾ ਅਤੇ ਉਹਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਮੈਂ ਉਹਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ। ਮੈਂ ਉਹਨੂੰ ਉੱਥੋਂ ਉਹਦੇ ਬਾਗ ਦਿਆਂਗਾ, ਨਾਲੇ ਅਕੋਰ ਦੀ ਖੱਡ ਵੀ ਆਸਾਂ ਦੇ ਦਰਵਾਜ਼ੇ ਲਈ। ਉੱਥੇ ਉਹ ਉੱਤਰ ਦੇਵੇਗੀ ਅਤੇ ਆਪਣੀ ਜਵਾਨੀ ਦੇ ਦਿਨਾਂ ਵਿੱਚ, ਅਤੇ ਜਿਵੇਂ ਉਸ ਨੇ ਉਹ ਮਿਸਰ ਦੇਸ਼ ਤੋਂ ਉਤਾਹਾਂ ਆਈ। ਅਤੇ ਉਸ ਦਿਨ ਇਉਂ ਹੋਵੇਗਾ, ਯਹੋਵਾ ਦਾ ਵਾਕ ਹੈ, ਕਿ ਤੂੰ ਮੈਨੂੰ ਮੇਰਾ ਪਤੀ ਆਖੇਂਗੀ ਅਤੇ ਫਿਰ ਮੈਨੂੰ ਮੇਰਾ ਵਾਲ ਨਾ ਆਖੇਂਗੀ। ਮੈਂ ਤਾਂ ਉਹਦੇ ਮੂੰਹੋਂ ਵਾਲਾਂ ਦੇ ਨਾਂ ਦੂਰ ਕਰਾਂਗਾ ਅਤੇ ਫਿਰ ਆਪਣੇ ਨਾਂ ਦੇ ਚੇਤੇ ਨਾ ਕੀਤੇ ਜਾਣਗੇ। ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ, ਆਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਣ ਵਾਲਿਆਂ ਨਾਲ ਉਹਨਾਂ ਲਈ ਇੱਕ ਨੇਮ ਬੰਨਾਂਗਾ ਅਤੇ ਮੈਂ ਧਨੁੱਖ, ਤਲਵਾਰ ਅਤੇ ਯੁੱਧ ਨੂੰ ਦੇਸ਼ ਵਿੱਚੋਂ ਭੰਨ ਸੁੱਟਾਂਗਾ ਅਤੇ ਮੈਂ ਉਹਨਾਂ ਨੂੰ ਚੈਨ ਵਿੱਚ ਲਟਾਵਾਂਗਾ। ਮੈਂ ਤੈਨੂੰ ਸਦਾ ਲਈ ਆਪਣੀ ਮੰਗੇਤਰ ਬਣਾਵਾਂਗਾ। ਹਾਂ, ਧਰਮ, ਇਨਸਾਫ, ਦਇਆ ਅਤੇ ਰਹਿਮ ਨਾਲ ਮੈਂ ਤੈਨੂੰ ਆਪਣੀ ਮੰਗੇਤਰ ਬਣਾਵਾਂਗਾ। ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਮੰਗੇਤਰ ਬਣਾਵਾਂਗਾ ਅਤੇ ਤੂੰ ਯਹੋਵਾ ਨੂੰ ਜਾਣੇਗੀ। ਉਸ ਦਿਨ ਇਉਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ, ਯਹੋਵਾ ਦਾ ਵਾਕ ਹੈ। ਮੈਂ ਆਕਾਸ਼ਾਂ ਨੂੰ ਉੱਤਰ ਦਿਆਂਗਾ ਅਤੇ ਉਹ ਧਰਤੀ ਨੂੰ ਉੱਤਰ ਦੇਣਗੇ, ਅਤੇ ਧਰਤੀ ਅੰਨ, ਨਮੀ ਮੈਂ ਅਤੇ ਤੇਲ ਨੂੰ ਉੱਤਰ ਦੇਵੇਗੀ, ਔਰ ਉਹ ਇਜ਼ਰਾਈਲ ਨੂੰ ਉੱਤਰ ਦੇਣਗੇ। ਮੈਂ ਉਹਨਾਂ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ। ਮੈਂ ਲੋ ਰੁਹਾਮਾ ਉੱਤੇ ਰਹਿਮ ਕਰਾਂਗਾ ਅਤੇ ਲੋ ਅੰਬੀ ਨੂੰ ਆਖਾਂਗਾ ਕਿ ਤੂੰ ਮੇਰੀ ਪ੍ਰਜਾ ਹੈ, ਅਤੇ ਉਹ ਆਖੇਗੀ, ਮੇਰੇ ਪਰਮੇਸ਼ਵਰ। ਆਮੀਨ। ਹੋਸ਼ਿਆ ਦੀ ਕਿਤਾਬ, ਉਹਦਾ 3 ਅਧਿਆਇ। ਵਿਵਚਾਰਨ ਤੀਵੀਂ। ਤਾਂ ਯਹੋਵਾ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਤੀਵੀਂ ਨਾਲ ਪ੍ਰੀਤ ਲਾ, ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਵਚਾਰਨ ਹੈ, ਜਿਵੇਂ ਯਹੋਵਾ ਦੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ। ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਸੋਗੀ ਦੇ ਕੁਲਚਿਆਂ ਨੂੰ ਪਿਆਰ ਕਰਦੇ ਹਨ, ਸੋ ਮੈਂ ਉਹਨੂੰ 15 ਰੁਪਏ ਅਤੇ ਜੌਂ ਦਾ 1.5 ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ। ਅਤੇ ਮੈਂ ਉਹਨੂੰ ਆਖਿਆ, ਤੂੰ ਬਹੁਤੇ ਦਿਨਾਂ ਤੱਕ ਮੇਰੇ ਨਾਲ ਵਸੇਂਗੀ। ਤੂੰ ਨਾ ਜਨਾਹ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਤੀਵੀਂ ਹੋਵੇਂਗੀ, ਅਤੇ ਮੈਂ ਵੀ ਤੇਰਾ ਹੋ ਕੇ ਰਹਾਂਗਾ। ਇਉਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨਾਂ ਪਾਤਸ਼ਾਹ ਦੇ, ਸਰਦਾਰ ਦੇ ਬਿਨਾਂ, ਭੇਟ ਦੇ ਥੰਮ ਦੇ ਬਿਨਾਂ, ਇਫੋਦ ਤੇ ਤਰਾਫੀਮ ਦੇ ਰਹਿਣਗੇ। ਇਸ ਦੇ ਮਗਰੋਂ ਇਸਰਾਏਲੀ ਮੁੜਨਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ, ਅਤੇ ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਸ ਦੀ ਭਲਾਈ ਵੱਲ ਭੈ ਮੰਨ ਕੇ ਮੁੜਨਗੇ। ਆਮੀਨ। ਹੋਸ਼ਿਆ ਦੀ ਕਿਤਾਬ, ਉਹਦਾ 4 ਅਧਿਆਇ। ਇਸਰਾਏਲ ਨਾਲ ਯਹੋਵਾ ਦਾ ਝਗੜਾ। ਹੇ ਇਸਰਾਏਲੀਓ, ਯਹੋਵਾ ਦੀ ਬਾਣੀ ਸੁਣੋ। ਇਸ ਦੇਸ਼ ਦੇ ਵਾਸੀਆਂ ਨਾਲ ਤਾਂ ਯਹੋਵਾ ਦਾ ਝਗੜਾ ਹੈ, ਕਿਉਂ ਜੋ ਦੇਸ਼ ਵਿੱਚ ਨਾ ਵਫ਼ਾਦਾਰੀ, ਨਾ ਦਇਆ, ਨਾ ਪਰਮੇਸ਼ਵਰ ਦਾ ਗਿਆਨ ਹੈ। ਗਾਲੀਆਂ, ਝੂਠ, ਖੂਨ ਖਰਾਬਾ, ਚੋਰੀ, ਜਨਾਹ ਹੁੰਦੇ ਹਨ। ਉਹ ਫੁੱਟ ਨਿਕਲਦੇ ਹਨ ਅਤੇ ਖੂਨ ਦੇ ਖੂਨ ਹੁੰਦੇ ਹਨ। ਇਸ ਲਈ ਦੇਸ਼ ਸ਼ੋਕ ਕਰੇਗਾ ਅਤੇ ਉਸਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਦਰਿੰਦੇ ਅਤੇ ਆਕਾਸ਼ ਦੇ ਪੰਛੀ, ਹਾਂ ਸਮੁੰਦਰ ਦੀਆਂ ਮੱਛੀਆਂ ਵੀ
ਮੁੱਕਣਗੀਆਂ, ਪਰ ਕੋਈ ਨਾ ਝਗੜੇ, ਕੋਈ ਨਾ ਝਿੜਕੇ। ਤੇਰੇ ਲੋਕ ਉਹਨਾਂ ਵਰਗੇ ਹਨ ਜੋ ਜਾਜਕ ਨਾਲ ਝਗੜਦੇ ਹਨ। ਦਿਨੇ ਤੂੰ ਠੋਕਰ ਖਾਵੇਂਗਾ ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ, ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ। ਮੇਰੀ ਪ੍ਰਜਾ ਗਿਆਨ ਬਾਣੀ ਨਾਸ ਹੁੰਦੀ ਹੈ, ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ। ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਤੂੰ ਆਪਣੇ ਪਰਮੇਸ਼ਵਰ ਦੀ ਵਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗੀ। ਜਿਉਂ-ਜਿਉਂ ਉਹ ਵਧੇ, ਤਿਉਂ-ਤਿਉਂ ਉਹਨਾਂ ਨੇ ਮੇਰਾ ਪਾਪ ਕੀਤਾ। ਮੈਂ ਉਹਨਾਂ ਦੇ ਪ੍ਰਤਾਪ ਨੂੰ ਨਮੋਸ਼ੀ ਵਿੱਚ ਬਦਲ ਦਿਆਂਗਾ। ਉਹ ਮੇਰੀ ਪ੍ਰਜਾ ਦੇ ਪਾਪ ਉੱਤੇ ਖਾਧੇ ਹਨ ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ। ਇਉਂ ਹੋਵੇਗਾ ਜਿਵੇਂ ਲੋਕ ਤਿਵੇਂ ਜਾਜਕ। ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ। ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ। ਉਹ ਖਾਣਗੇ ਪਰ ਰੱਜਣਗੇ ਨਾ, ਉਹ ਜਨਾਹ ਕਰਨਗੇ ਪਰ ਵਧਣਗੇ ਨਾ, ਕਿਉਂ ਜੋ ਯਹੋਵਾ ਨੇ ਯਹੋਵਾ ਦਾ ਮਿਸਰਨਾ ਛੱਡ ਦਿੱਤਾ, ਕਿਉਂ ਜੋ ਉਹਨਾਂ ਨੇ ਯਹੋਵਾ ਦਾ ਸਿਮਰਨਾ ਛੱਡ ਦਿੱਤਾ। ਜਨਾਹ, ਮਦ ਅਤੇ ਨਵੀਂ ਮੈਂ ਇਹ ਮੱਤ ਮਾਰ ਲੈਂਦੀਆਂ ਹਨ। ਮੇਰੀ ਪ੍ਰਜਾ ਆਪਣੀ ਲੱਕੜ ਤੋਂ ਪੁੱਛਦੀ ਹੈ ਅਤੇ ਉਹਨਾਂ ਦੀ ਲੱਠ ਉਹਨਾਂ ਨੂੰ ਦੱਸਦਾ ਹੈ। ਜਨਾਹ ਦੀ ਰੂਹ ਨੇ ਉਹਨਾਂ ਨੂੰ ਭੁਲਾਇਆ ਹੋਇਆ ਹੈ। ਉਹ ਆਪਣੇ ਪਰਮੇਸ਼ਵਰ ਦੇ ਅਧੀਨ ਹੋਣ ਜਾ ਕੇ ਜਨਾਹ ਕਰਦੇ ਹਨ। ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜਾਉਂਦੇ ਹਨ। ਉਹ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਝੀਲ ਦੇ ਹੇਠ ਧੂਪ ਦਿਖਾਉਂਦੇ ਹਨ, ਕਿਉਂ ਜੋ ਉਹਨਾਂ ਦੀ ਸ਼ਾਨ ਚੰਗੀ ਹੈ। ਇਸ ਲਈ ਤੁਹਾਡੀਆਂ ਧੀਆਂ ਵਿਵਚਾਰ ਕਰਦੀਆਂ ਹਨ ਅਤੇ ਤੁਹਾਡੀਆਂ ਵਹੁਟੀਆਂ ਜਨਾਹ ਕਰਦੀਆਂ ਹਨ। ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ ਜਦ ਉਹ ਵਿਵਚਾਰ ਕਰ, ਨਾ ਤੁਹਾਡੀਆਂ ਵਹੁਟੀਆਂ ਨੂੰ ਜਦ ਉਹ ਜਨਾਹ ਕਰ, ਕਿਉਂ ਜੋ ਉਹ ਬੇਸਵਾ ਦੇ ਨਾਲ ਇਕੱਲਵੰਜਾ ਜਾਂਦੇ ਹਨ ਅਤੇ ਦੇਵਦਾਸੀਆਂ ਨਾਲ ਬਲੀਆਂ ਚੜਾਉਂਦੇ ਹਨ। ਸਮਝਹੀਣ ਲੋਕ ਬਰਬਾਦ ਹੋ ਜਾਣਗੇ। ਭਾਵੇਂ ਤੂੰ ਹੇ ਇਸਰਾਏਲ ਜਨਾਹ ਕਰੇ, ਪਰ ਯਹੂਦਾ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੇਆਵਨ ਨੂੰ ਨਾ ਚੜੋ, ਨਾ ਜਿਉਂਦੇ ਯਹੋਵਾ ਦੀ ਸਹੁੰ ਖਾਓ। ਜਿੱਦੀ ਵੱਛੇ ਵਾਂਗੂ ਇਸਰਾਏਲ ਜਿੱਦੀ ਹੈ। ਹੁਣ ਯਹੋਵਾ ਉਹਨਾਂ ਨੂੰ ਲੇਲੇ ਵਾਂਗੂ ਖੁੱਲੀ ਜੂ ਵਿੱਚ ਚਰਾਵੇਗਾ। ਅਫਰਾਇਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ, ਉਹਨੂੰ ਛੱਡ ਦਿਓ। ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਜਨਾਹ ਕਰਦੇ ਹਨ। ਉਹਦੇ ਹਾਕਮ ਨਮੋਸੀ ਨਾਲ ਗੂੜਾ ਪਿਆਰ ਰੱਖਦੇ ਹਨ। ਇੱਕ ਹਵਾ ਨੇ ਉਹਨੂੰ ਆਪਣੇ ਪਰਾਂ ਵਿੱਚ ਵਲੇਟਿਆ ਹੈ ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 5 ਅਧਿਆਇ। ਬੇਈਮਾਨੀ ਉੱਤੇ ਝਿੜਕੀ। ਹੇ ਜਾਜਕੋ, ਇਹ ਨਾ ਸੁਣੋ। ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ। ਹੇ ਪਾਤਸ਼ਾਹ ਦੇ ਘਰਾਣੇ ਵਾਲਿਓ, ਕੰਨ ਲਾਓ, ਕਿਉਂ ਜੋ ਤੁਹਾਡਾ ਨਿਉ ਆ ਗਿਆ ਹੈ। ਤੂੰ ਮਿਸਪਾ ਲਈ ਫੰਦਾ ਹੋਇਆ ਹੈ ਅਤੇ ਤਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ। ਆਕੀ ਵੱਢਣ ਟੁੱਕਣ ਵਿੱਚ ਗਰਕ ਹਨ, ਪਰ ਮੈਂ ਉਹਨਾਂ ਸਾਰਿਆਂ ਨੂੰ ਤਾੜਨ ਵਾਲਾ ਰਿਹਾ ਹਾਂ। ਮੈਂ ਇਫਰਾਈਮ ਨੂੰ ਜਾਣਦਾ ਹਾਂ ਅਤੇ ਇਸਰਾਏਲ ਮੈਥੋਂ ਲੁਕਿਆ ਹੋਇਆ ਨਹੀਂ। ਹੇ ਇਫਰਾਈਮ ਤੋਂ ਹੁਣ ਜਨਾਹ ਕੀਤਾ, ਇਸਰਾਏਲ ਪਲੀਤ ਹੋ ਗਏ। ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ਵਰ ਵੱਲ ਮੁੜਨ ਨਹੀਂ ਦਿੰਦੀਆਂ, ਕਿਉਂ ਜੋ ਜਨਾਹ ਦੀ ਰੂਹ ਉਹਨਾਂ ਦੇ ਅੰਦਰ ਹੈ ਅਤੇ ਉਹ ਯਹੋਵਾ ਨੂੰ ਨਹੀਂ ਜਾਣਦੇ। ਇਸਰਾਏਲ ਦਾ ਹੰਕਾਰ ਉਹਦੇ ਮੂੰਹ ਉੱਤੇ ਸਾਖੀ ਦਿੰਦਾ ਹੈ। ਇਸਰਾਏਲ ਦੀ ਇਫਰਾਈਮ ਆਪਣੀ ਬਦੀ ਦੇ ਠੋਕਰ ਲਈ ਖਾਣਗੇ। ਯਹੂਦਾ ਵੀ ਉਹਨਾਂ ਦੇ ਨਾਲ ਠੋਕਰ ਖਾਵੇਗੀ। ਉਹ ਆਪਣੇ ਇੱਜੜਾਂ ਅਤੇ ਬੱਗਾਂ ਨਾਲ ਯਹੋਵਾ ਦੇ ਭਾਲਣ ਲਈ ਨਿਕਲਣਗੇ, ਪਰ ਉਹ ਉਹਨੂੰ ਨਾ ਲੱਭਣਗੇ। ਉਹ ਉਹਨਾਂ ਤੋਂ ਦੂਰ ਹੋ ਗਿਆ ਹੈ। ਉਹਨਾਂ ਨੇ ਯਹੋਵਾ ਨਾਲ ਧੋਖਾ ਕੀਤਾ ਹੈ, ਕਿਉਂ ਜੋ ਉਹਨਾਂ ਤੋਂ ਓਪਰੇ ਬੱਚੇ ਜੰਮੇ। ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ। ਗਿਬਆ ਵਿੱਚ ਨਰਸਿੰਗਾ ਫੂਕੋ, ਗਮਾਂ ਵਿੱਚ ਤੁਰੀ, ਬੈਤ ਆਵਨ ਵਿੱਚ ਢੋਲ ਵਜਾਓ ਅਤੇ ਬਿੰਜਾਮ ਪਿੱਛੇ ਵੇਖ। ਝਿੜਕੀ ਦੇ ਦਿਨ ਅਫਰਾਈਮ ਵੀਰਾਨ ਹੋ ਜਾਵੇਗਾ। ਇਸਰਾਏਲ ਦੇ ਗੋਤਾਂ ਵਿੱਚ ਮੈਂ ਉਹੀ ਦੱਸਦਾ ਹਾਂ ਜੋ ਪਾਕ ਹੈ। ਯਹੂਦਾ ਦੇ ਸਰਦਾਰ
ਬੰਨੇ ਭੰਨਾ ਵਾਂਗੂ ਹੋ ਗਏ ਹਨ। ਮੈਂ ਆਪਣਾ ਕਹਿਰ ਪਾਣੀ ਵਾਂਗੂ ਉਹਨਾਂ ਦੇ ਉੱਤੇ ਬਹਾਵਾਂਗਾ। ਅਫਰਾਇਮ ਦਬਾਇਆ ਗਿਆ ਹੈ, ਉਹ ਨਿਉ ਨਾਲ ਚਿੱਥਿਆ ਗਿਆ ਹੈ, ਕਿਉਂ ਜੋ ਉਹ ਹੱਠ ਨਾਲ ਵਿਅਰਥ ਵਿਧੀਆਂ ਦੇ ਪਿੱਛੇ ਲੱਗ ਰਿਹਾ ਹੈ। ਇਸ ਲਈ ਮੈਂ ਅਫਰਾਇਮ ਲਈ ਲੇ ਵਾਂਗਰ ਅਤੇ ਯਹੂਦਾ ਦੇ ਘਰਾਣੇ ਲਈ ਧੁਨ ਵਾਂਗਰ ਹਾਂ। ਜਦ ਅਫਰਾਇਮ ਨੇ ਆਪਣਾ ਰੋਹ ਵੇਖਿਆ ਅਤੇ ਯਹੂਦਾ ਨੇ ਆਪਣਾ ਘਾਉ ਨੂੰ, ਤਾਂ ਅਫਰਾਇਮ ਅਸੂਰ ਨੂੰ ਗਿਆ ਅਤੇ ਇੱਕ ਝਗੜਾਲੂ ਰਾਜੇ ਕੋਲ ਕਹਾ ਘੱਲਿਆ, ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ, ਨਾ ਤੁਹਾਡੇ ਘਾਉ ਨੂੰ ਬਲ ਕਰ ਸਕਦਾ। ਮੈਂ ਨਾ ਅਫਰਾਇਮ ਲਈ ਬੱਬਰ ਸ਼ੇਰ ਵਾਂਗੂ ਹੋਵਾਂਗਾ ਅਤੇ ਯਹੂਦਾ ਦੇ ਘਰਾਣੇ ਲਈ ਜਵਾਨ ਸ਼ੇਰ ਵਾਂਗੂ। ਮੈਂ ਹੀ ਪਾੜਾਂਗਾ ਅਤੇ ਚਲਾ ਜਾਵਾਂਗਾ। ਮੈਂ ਚੁੱਕ ਲੈ ਜਾਵਾਂਗਾ ਅਤੇ ਛਡਾਉਣ ਵਾਲਾ ਕੋਈ ਨਾ ਹੋਵੇਗਾ। ਮੈਂ ਚਲਾ ਜਾਵਾਂਗਾ ਅਤੇ ਆਪਣੇ ਅਸਥਾਨ ਨੂੰ ਮੁੜਾਂਗਾ, ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ ਅਤੇ ਮੇਰੇ ਮੂੰਹ ਦੇ ਤਾਲਿਬ ਨਾ ਹੋਣ। ਉਹ ਆਪਣੇ ਕਸ਼ਟ ਵਿੱਚ ਮੈਨੂੰ ਗੌਰ ਨਾਲ ਭਾਲਣਗੇ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 6 ਅਧਿਆਇ। ਅਫਰਾਇਮ ਅਤੇ ਯਹੂਦਾ ਦੀ ਪਲੀਤੀ। ਆਓ ਅਸੀਂ ਯਹੋਵਾ ਵੱਲ ਮੁੜੀਏ। ਉਹਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ। ਉਹਨੇ ਮਾਰਿਆ, ਉਹ ਪੱਟੀ ਬੰਨੇਗਾ। 2 ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ। ਤੀਜੇ ਦਿਨ ਉਹ ਸਾਨੂੰ ਉਠਾਵੇਗਾ ਅਤੇ ਅਸੀਂ ਉਹਦੇ ਹਜ਼ੂਰ ਜੀਵਾਂਗੇ। ਅਸੀਂ ਜਾਣੀਏ, ਅਸੀਂ ਯਹੋਵਾ ਨੂੰ ਜਾਣ ਲਈ ਪਿੱਛੇ ਲੱਗੀਏ। ਉਹਦਾ ਨਿਕਲ ਫਜਰ ਵਾਂਗੂ ਯਕੀਨੀ ਹੈ। ਉਹ ਸਾਡੇ ਕੋਲ ਵਰਖਾ ਵਾਂਗੂ ਆਵੇਗਾ, ਸੇਕੜਲੀ ਵਰਖਾ ਵਾਂਗੂ ਜਿਹੜੀ ਭੂਮੀ ਨੂੰ ਸਿੰਜਦੀ ਹੈ। ਹੇ ਅਫਰਾਇਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਇਆ ਸਵੇਰ ਦੇ ਬੱਦਲ ਵਾਂਗੂ ਹੈ ਅਤੇ ਤਰੇਲ ਵਾਂਗੂ ਜਿਹੜੀ ਸਵੇਰ ਹੀ ਉੱਡ ਜਾਵੇਗੀ। ਇਸ ਲਈ ਮੈਂ ਆਪਣਿਆਂ ਨਵੀਆਂ ਦੇ ਰਾਹੀਂ ਵੱਢ ਸੁੱਟਿਆ। ਮੈਂ ਆਪਣੇ ਮੂੰਹ ਦੇ ਵਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ ਅਤੇ ਮੇਰੇ ਨਿਉ ਚਾਨਣ ਨਾਲ ਚਾਨਣ ਵਾਂਗੂ ਨਿਕਲਦੇ ਹਨ। ਮੈਂ ਦਇਆ ਚਾਹੁੰਦਾ ਹਾਂ, ਨਾ ਬਲੀਦਾਨ, ਅਤੇ ਪਰਮੇਸ਼ਵਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ। ਉਹਨਾਂ ਦੇ ਆਦਮ ਵਾਂਗੂ ਨੇਮ ਦੀ ਉਲੰਘਣਾ ਕੀਤੀ। ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ। ਗਿਲਆਦ ਕੁਕਰਮੀਆਂ ਦੀ ਨਗਰੀ ਹੈ, ਖੂਨ ਨਾਲ ਲਿਬੜੀ ਹੋਈ ਹੈ। ਜਿਵੇਂ ਡਾਕੂਆਂ ਦੇ ਜਥੇ ਕਿਸੇ ਮਨੁੱਖ ਦੀ ਸ਼ਹਿ ਵਿੱਚ ਬਹਿੰਦੇ ਹਨ, ਜਿਵੇਂ ਜਾਜਕ ਇਕੱਠੇ ਹੋਏ ਹਨ। ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ। ਹਾਂ, ਉਹ ਬਦਕਾਰੀ ਕਰਦੇ ਹਨ। ਇਸਰਾਇਲ ਦੇ ਘਰਾਣੇ ਵਿੱਚ ਮੈਂ ਇੱਕ ਹੌਲਨਾਕ ਚੀਜ਼ ਵੇਖੀ। ਉੱਥੇ ਅਫਰਾਇਮ ਦਾ ਜਨਾਹ ਸੀ। ਇਸਰਾਇਲ ਪਲੀਤ ਹੋ ਗਿਆ। ਨਾਲੇ ਹੇ ਯਹੂਦਾ, ਤੇਰੇ ਲਈ ਵਾਦੀ ਠਹਿਰਾਈ ਹੋਈ ਹੈ, ਜਦ ਮੈਂ ਆਪਣੀ ਪ੍ਰਜਾ ਅਸੀਰੀ ਤੋਂ ਮੁੜ ਲਿਆਵਾਂਗਾ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 7 ਅਧਿਆਇ। ਅਫਰਾਇਮ ਇੱਕ ਪਾਸੀ ਚਪਾਤੀ ਹੈ। ਜਦ ਮੈਂ ਇਸਰਾਇਲ ਨੂੰ ਚੰਗਾ ਕਰਨ ਲੱਗਾ ਤਾਂ ਅਫਰਾਇਮ ਦੀ ਬਦੀ ਨੰਗੀ ਹੋ ਗਈ, ਨਾਲੇ ਸਾਮਰਿਆ ਦੀ ਬੁਰਾਈ ਵੀ, ਕਿਉਂਕਿ ਉਹ ਝੂਠ ਮਾਰਦੇ ਹਨ। ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜਥੇ ਬਾਹਰ ਲੁੱਟਦੇ ਹਨ। ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ। ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ। ਉਹ ਮੇਰੇ ਸਨਮੁਖ ਹਨ। ਉਹ ਆਪਣੀਆਂ ਵਧੀਆਂ ਨਾਲ ਪਾਤਸ਼ਾਹ ਨੂੰ ਅਤੇ ਆਪਣੇ ਝੂਠਾਂ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ। ਉਹ ਸਾਰੇ ਦੇ ਸਾਰੇ ਜਨਾਹਕਾਰ ਹਨ। ਉਹ ਉਸ ਤੰਦੂਰ ਵਾਂਗੂ ਹਨ ਜੋ ਪਠਿਆਰਾ ਗਰਮ ਕਰਦਾ ਹੈ, ਆਟਾ ਗੁੰਨਣ ਤੋਂ ਖਮੀਰ ਹੋਣ ਤੱਕ। ਉਹ ਭੜਕਾਉਣ ਤੋਂ ਹਟਦਿਆਂ ਰਹਿੰਦਾ ਹੈ। ਸਾਡੇ ਪਾਤਸ਼ਾਹ ਦੇ ਦਿਨ ਸਰਦਾਰ ਮੈਂ ਦੀ ਗਰਮੀ ਨਾਲ ਬਿਮਾਰ ਹੋ ਗਏ। ਉਸ ਮਖੌਲੀਆਂ ਦੇ ਨਾਲ ਆਪਣਾ ਹੱਥ ਮਿਲਾਇਆ। ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂ ਤਿਆਰ ਕੀਤਾ। ਜਦ ਉਹ ਸ਼ਹਿਰ ਵਿੱਚ ਬੈਠਦੇ ਹਨ, ਉਹਨਾਂ ਦਾ ਕਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ। ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂ ਬਲ ਉੱਠਦਾ ਹੈ। ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂ ਤੱਤੇ ਹਨ ਅਤੇ ਆਪਣੇ ਨਿਆਂ ਨੂੰ ਖਾ ਜਾਂਦੇ ਹਨ। ਉਹਨਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ। ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ। ਅਫਰਾਇਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ। ਅਫਰਾਇਮ ਇੱਕ ਚਪਾਤੀ ਹੈ
जो उल्टाई ना गई। ओपरे उस दी शक्ति नूं खा गए ਅਤੇ ਉਹ ਇਹ नहीं जानता कि उसके ਧੌਲੇ आउण लग पए ਹਨ ਅਤੇ ਉਹ ਇਹ नहीं जानता कि इसराइल ਦਾ ਹੰਕਾਰ ਉਸਦੇ ਮੂੰਹ ਉੱਤੇ ਸਾਖੀ ਦਿੰਦਾ ਹੈ। ਪਰ ਉਹ ਯਹੋਵਾ ਆਪਣੇ ਪਰਮੇਸ਼ਵਰ ਵੱਲ ਨਹੀਂ ਮੁੜਦੇ। ਇਹ ਸਾਰਿਆਂ ਨੇ ਹੁੰਦਿਆਂ ਤੇ ਵੀ ਉਹ ਦੇ ਤਾਲਿਬ ਨਾ ਹੋਏ। ਅਫਰਾਇਮ ਇੱਕ ਭੋਲੀ ਤੇ ਬੁੱਧਹੀਨ ਘੁੱਗੀ ਵਰਗਾ ਹੈ। ਉਹ ਮਿਸਰ ਨੂੰ ਪੁਕਾਰਦੇ ਹਨ, ਅਸੂਰ ਨੂੰ ਜਾਂਦੇ ਹਨ। ਜਦ ਉਹ ਜਾਂਦੇ ਹਨ, ਮੈਂ ਆਪਣਾ ਜਾਲ ਉਹਨਾਂ ਦੇ ਉੱਤੇ ਵਿਛਾਵਾਂਗਾ। ਆਕਾਸ਼ ਦੇ ਪੰਛੀ ਵਾਂਗੂ ਮੈਂ ਉਹਨਾਂ ਨੂੰ ਹੇਠਾਂ ਲਿਆਵਾਂਗਾ। ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ। ਹਾਏ ਉਹਨਾਂ ਨੂੰ ਜੋ ਮੈਥੋਂ ਭੜਕ ਗਏ, ਬਰਬਾਦੀ ਲਈ ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਨੂੰ ਛੁਟਕਾਰਾ ਕਰਨਾ ਚਾਹੁੰਦਾ ਹਾਂ, ਪਰ ਉਹ ਮੇਰੇ ਵਿਰੁੱਧ ਝੂਠ ਵਕਦੇ ਹਨ। ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ। ਉਹ ਆਪਣਿਆਂ ਬਿਸਤਰਿਆਂ ਉੱਤੇ ਚਿਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਲ ਲਈ ਇਕੱਠੇ ਹੋ ਜਾਂਦੇ ਹਨ, ਪਰ ਮੈਥੋਂ ਆਕੀ ਰਹਿੰਦੇ ਹਨ। ਮੈਂ ਉਹਨਾਂ ਦੀ ਭੁਜਾ ਨੂੰ ਸਿਖਾਇਆ ਅਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਾਈਆਂ ਕਰਦੇ ਹਨ। ਉਹ ਮੁੜ ਜਾਂਦੇ ਹਨ, ਪਰ ਅਤ ਮਹਾਨ ਵੱਲ ਨਹੀਂ। ਉਹ ਨਕਲੀ ਧਨੁੱਖ ਵਰਗੇ ਹਨ। ਉਹਨਾਂ ਦੇ ਸਰਦਾਰ ਤਲਵਾਰ ਨਾਲ ਉਹਨਾਂ ਦੀ ਜ਼ੁਬਾਨ ਦੀ ਸੋਖੀ ਦੇ ਕਾਰਨ ਡਿੱਗ ਪੈਣਗੇ। ਇਹ ਮਿਸਰ ਦੇਸ਼ ਵਿੱਚ ਉਹਨਾਂ ਦਾ ਠੱਠਾ ਹੋਵੇਗਾ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 8 ਅਧਿਆਇ। ਉਹ ਹਵਾ ਬੀਜਦੇ ਹਨ ਅਤੇ ਬਾਬ ਰੋਲਾ ਵੱਢਦੇ ਹਨ। ਆਪਣੇ ਬੁੱਲਾਂ ਨੂੰ ਤੁਰੀ ਲਾ। ਉਹ ਉਕਾਬ ਵਾਂਗੂ ਯਹੋਵਾ ਦੇ ਭਵਨ ਉੱਤੇ ਹਨ, ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ ਹੈ, ਮੇਰੀ ਵਿਵਸਥਾ ਦੇ ਵਿਰੁੱਧ ਅਪਰਾਧ ਕੀਤਾ ਹੈ। ਉਹ ਮੇਰੀ ਦੁਹਾਈ ਦਿੰਦੇ ਹਨ, ਹੇ ਸਾਡੇ ਪਰਮੇਸ਼ਵਰ, ਅਸੀਂ ਇਸਰਾਏਲੀ ਤੈਨੂੰ ਜਾਣਦੇ ਹਾਂ। ਇਸਰਾਏਲ ਨੇ ਭਲਾਈ ਨੂੰ ਰੱਦ ਕੀਤਾ, ਵੈਰੀ ਉਹਦਾ ਪਿੱਛਾ ਕਰਨਗੇ। ਉਹਨਾਂ ਨੇ ਪਾਤਸ਼ਾਹ ਬਣਾਏ, ਪਰ ਮੇਰੀ ਵੱਲੋਂ ਨਹੀਂ। ਉਹਨਾਂ ਨੇ ਸਰਦਾਰ ਠਹਿਰਾਏ, ਪਰ ਮੈਂ ਨਹੀਂ ਜਾਤਾ। ਉਹਨਾਂ ਨੇ ਆਪਣੀ ਚਾਂਦੀ ਅਤੇ ਆਪਣੇ ਸੋਨੇ ਨਾਲ ਬੁੱਤ ਬਣਾਏ, ਭਈ ਉਹ ਮਿਟਾਏ ਜਾਣ। ਉਹਨੇ ਤੇਰਾ ਵਸ਼ਾ ਰੱਦ ਕੀਤਾ, ਹੇ ਸਾਮਰੀਆ, ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ। ਉਹ ਕਦ ਤੱਕ ਸੁੱਧਤਾ ਤੇ ਕਪੜਨਗੇ। ਇਸਰਾਏਲ ਤੋਂ ਇਹ ਤਾਂ ਹੈ, ਕਾਰੀਗਰ ਨੇ ਉਹਨਾਂ ਨੂੰ ਬਣਾਇਆ ਅਤੇ ਉਹ ਪਰਮੇਸ਼ਵਰ ਨਹੀਂ। ਹਾਂ, ਸਾਮਰੀਆ ਦਾ ਵਸ਼ਾ ਟੁਕੜੇ ਟੁਕੜੇ ਕੀਤਾ ਜਾਵੇਗਾ। ਉਹ ਹਵਾ ਬੀਜਦੇ ਹਨ ਅਤੇ ਬਾਬ ਰੋਲੇ ਵੱਢਦੇ ਹਨ। ਕੋਈ ਖੜੀ ਫਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗੀ। ਜੇ ਦੇਵੇ ਵੀ ਤਾਂ ਓਪਰੇ ਉਹਨੂੰ ਨਿਕਲ ਲੈਣਗੇ। ਇਸਰਾਏਲ ਨਿਗਲਿਆ ਗਿਆ। ਹੁਣ ਉਹ ਕੌਮਾਂ ਦੇ ਵਿੱਚ ਨਾ ਪਸੰਦ ਭਾਂਡੇ ਵਰਗਾ ਹੈ, ਕਿਉਂ ਜੋ ਉਹ ਅਸੂਰ ਦੇ ਚਲੇ ਗਏ ਹਨ। ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ। ਅਫਰਾਈਮ ਨੇ ਪਹਾੜੇ ਉੱਤੇ ਯਾਰ ਲਈ, ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ, ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ। ਉਹ ਪਾਤਸ਼ਾਹ ਅਤੇ ਸਰਦਾਰਾਂ ਦੇ ਭਾਰ ਤੋਂ ਘੱਟ ਹੋਣ ਲੱਗੇ, ਇਸ ਲਈ ਕਿ ਅਫਰਾਈਮ ਦੇ ਪਾਪ ਕਰਨ ਲਈ ਬਹੁਤੀਆਂ ਜਗਦੇਵੀਆਂ ਬਣਾਈਆਂ ਗਈਆਂ। ਉਹ ਉਸਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ। ਮੈਂ ਉਹਨਾਂ ਦੇ ਲਈ ਆਪਣੀ ਵਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ, ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ। ਮੈਂ ਚੜਾਵੇ ਦੀਆਂ ਬਲੀਆਂ ਲਈ ਉਹ ਮਾਸ ਚੜਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾ ਉਹਨਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਉਹਨਾਂ ਦੀਆਂ ਵਧੀਆਂ ਚੇਤੇ ਕਰੇਗਾ ਅਤੇ ਉਹਨਾਂ ਦੇ ਪਾਪਾਂ ਨੂੰ ਖਬਰ ਲਵੇਗਾ। ਉਹ ਮਿਸਰ ਨੂੰ ਮੁੜ ਜਾਣਗੇ। ਇਸਰਾਏਲ ਆਪਣੇ ਕਰਤਾਰ ਨੂੰ ਭੁੱਲ ਗਿਆ ਹੈ ਅਤੇ ਮਹਿਲ ਬਣਾਏ। ਯਹੂਦਾ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸਦੇ ਸ਼ਹਿਰਾਂ ਵਿੱਚ ਘੱਲਾਂਗਾ ਅਤੇ ਉਹ ਉਸਦੀਆਂ ਮਾੜੀਆਂ ਨੂੰ ਭਖ ਲਵੇਗੀ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 9 ਅਧਿਆਇ। ਆਉਣ ਵਾਲੀ ਅਸੀਰੀ। ਹੇ ਇਸਰਾਏਲ, ਆਨੰਦ ਨਾ ਹੋ, ਉਮਤਾ ਵਾਂਗੂ ਖੁਸ਼ੀ ਨਾ ਮਨਾ। ਮੈਂ ਆਪਣਾ ਪਰਮੇਸ਼ਵਰ ਛੱਡ ਕੇ ਜਨਾਹ ਕੀਤਾ। ਅੰਨ ਦੇ ਹਰ ਇੱਕ ਪਿੜ ਉੱਤੇ ਅਤੇ ਆਪਣੀ ਖਰਚੀ ਨੂੰ ਪਿਆਰ ਕੀਤਾ ਹੈ। ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ ਅਤੇ ਨਵੀਂ ਮੈਂ ਉਸ ਤੋਂ ਥੁੜ ਜਾਵੇਗੀ। ਉਹ ਯਹੋਵਾ ਦੇ ਦੇਸ਼ ਵਿੱਚ ਨਾ ਵਸੇਗਾ, ਪਰ ਅਫਰਾਇਮ ਮਿਸਰ ਤੋਂ ਮੁੜੇਗਾ ਅਤੇ ਉਹ ਅਸੁਰ ਦੇ ਅਸ਼ੁੱਧ ਚੀਜ਼ਾਂ ਖਾਣਗੇ। ਉਹ ਯਹੋਵਾ ਲਈ ਮੈਂ ਨਾ ਡੋਲਣਗੇ। ਉਹ ਉਸ ਨੂੰ
ਪਸੰਦ ਨਾ ਆਉਣਗੇ। ਉਹਨਾਂ ਦੇ ਚੜਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂ ਹੋਣਗੇ। ਸਾਰੇ ਉਸਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ। ਉਹ ਯਹੋਵਾ ਦੇ ਭਵਨ ਵਿੱਚ ਨਾ ਆਵੇਗੀ। ਤੁਸੀਂ ਜੋੜ ਮੇਲੇ ਦੇ ਦਿਨਾਂ ਲਈ ਅਤੇ ਯਹੋਵਾ ਦੇ ਪਰਬ ਦੇ ਦਿਨਾਂ ਲਈ ਕੀ ਕਰੋਗੇ? ਵੇਖੋ ਤਾਂ ਉਹ ਬਰਬਾਦੀ ਤੋਂ ਚਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ। ਮੌਤ ਉਹਨਾਂ ਨੂੰ ਦਫਨ ਕਰੇਗੀ। ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ ਬਿੱਛੂ ਬੂਟੀ ਉਹਨਾਂ ਦੇ ਕਬਜ਼ਾ ਕਰ ਲਵੇਗੀ। ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ। ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ। ਇਸਰਾਇਲ ਇਹ ਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ। ਤੇਰੀ ਬਦੀ ਦੀ ਵਾਫਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ ਅਫਰਾਈਮ ਮੇਰੇ ਪਰਮੇਸ਼ਵਰ ਨਾਲ ਪਹਿਰੇਦਾਰ ਹੋਣਾ ਰਿਹਾ ਨਬੀ। ਉਹਦੇ ਸਾਰੇ ਰਾਹਾਂ ਉੱਤੇ ਚਿੜੀ ਮਾਰਦਾ ਜਾਲ ਹੈ ਅਤੇ ਉਹਦੇ ਪਰਮੇਸ਼ਵਰ ਦੇ ਘਰ ਵਿੱਚ ਦੁਸ਼ਮਣੀ ਹੈ। ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ, ਜਿਵੇਂ ਗਿਵਆ ਦੇ ਦਿਨਾਂ ਵਿੱਚ। ਉਹ ਉਹਨਾਂ ਦੀ ਵਧੀ ਨੂੰ ਚੇਤੇ ਕਰੇਗਾ, ਉਹ ਉਹਨਾਂ ਦੇ ਪਾਪਾਂ ਦੀ ਖਬਰ ਲਵੇਗਾ। ਮੈਂ ਇਸਰਾਇਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂ ਪਾਇਆ। ਮੈਂ ਤੁਹਾਡੇ ਪਿਓ ਦਾਦਿਆਂ ਨੂੰ ਹੰਜੀਰ ਦੇ ਪਹਿਲੇ ਫਲ ਵਾਂਗੂ ਉਹਦੀ ਪਹਿਲੀ ਰੁੱਤ ਵਿੱਚ ਵੇਖਿਆ। ਉਹ ਬਾਲ ਪੌਰ ਨੂੰ ਗਏ ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ ਅਤੇ ਆਪਣੇ ਮਨ ਮੋਹਣੇ ਵਾਂਗੂ ਘਿਨਾਉਣੇ ਹੋ ਗਏ। ਅਫਰਾਈਮ ਦੇ ਪ੍ਰਤਾਪ ਪੰਛੀ ਵਾਂਗੂ ਉੱਡ ਜਾਵੇਗਾ, ਨਾ ਜਨਨ, ਨਾ ਹਮਲ, ਨਾ ਗਰਭ। ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ। ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਵਾਂਗਾ। ਅਫਰਾਈਮ ਜਿਵੇਂ ਮੈਂ ਸੁਰ ਨੂੰ ਵੇਖਿਆ ਚੰਗੇ ਥਾਂ ਲਾਇਆ ਗਿਆ ਹੈ, ਪਰ ਅਫਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ। ਹੇ ਯਹੋਵਾ, ਉਹਨਾਂ ਨੂੰ ਦੇ, ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਸਾਤੀਆਂ ਦੇ। ਉਹਨਾਂ ਦੀ ਸਾਰੀ ਵਰਾਈ ਗਿਲਗਾਲ ਵਿੱਚ ਹੈ। ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ। ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ। ਮੈਂ ਉਹਨਾਂ ਨਾਲ ਫਿਰ ਪਿਆਰ ਨਾ ਕਰਾਂਗਾ। ਉਹਨਾਂ ਦੇ ਸਾਰੇ ਸਰਦਾਰ ਆਕੀ ਹਨ। ਅਫਰਾਈਮ ਮਾਰਿਆ ਗਿਆ, ਉਹਦੀ ਜੜ ਸੁੱਕ ਗਈ, ਉਹ ਫਲ ਨਾ ਦੇਵੇਗੀ। ਜੇ ਉਹ ਜਾਣਨਗੇ, ਮੈਂ ਉਹਨਾਂ ਨੂੰ ਢਿੱਡ ਦਿਆਂ ਲਾਡਲਿਆਂ ਨੂੰ ਮਾਰ ਦਿਆਂਗਾ। ਮੇਰਾ ਪਰਮੇਸ਼ਵਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ ਅਤੇ ਉਹ ਕੌਮ ਵਿੱਚ ਅਵਾਰਾ ਫਿਰਨਗੇ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 10 ਅਧਿਆਇ। ਦੁਸ਼ਟ ਪੁਣੇ ਦੀ ਫਾਹੀ। ਇਸਰਾਇਲ ਹਰੀ ਭਰੀ ਵੇਲ ਹੈ ਜੋ ਫਲ ਦਿੰਦੀ ਹੈ। ਜਿੰਨਾ ਉਹਦਾ ਫਲ ਵਧਿਆ, ਉਨੀਆਂ ਉਸ ਨੂੰ ਜਗਦੇਵੀਆਂ ਵਧਾਈਆਂ। ਜਿਵੇਂ ਉਹਦਾ ਦੇਸ਼ ਚੰਗਾ ਹੋ ਗਿਆ, ਤਿਵੇਂ ਉਹਨਾਂ ਨੇ ਥੰਬ ਚੰਗੇ ਬਣਾਏ। ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ। ਉਹ ਉਹਨਾਂ ਦੀਆਂ ਜਗਦੇਵੀਆਂ ਨੂੰ ਢਾਹ ਸੁੱਟੇਗਾ, ਉਹ ਉਹਨਾਂ ਦੇ ਥੰਮਾਂ ਨੂੰ ਤੋੜ ਛੱਡੇਗਾ। ਹੁਣ ਉਹ ਨੂੰ ਆਖਣਗੇ, ਸਾਡਾ ਪਾਤਸ਼ਾਹ ਨਹੀਂ, ਕਿਉਂ ਜੋ ਅਸੀਂ ਯਹੋਵਾ ਤੋਂ ਨਹੀਂ ਡਰਦੇ। ਅਤੇ ਪਾਤਸ਼ਾਹ ਸਾਡੇ ਲਈ ਕੀ ਕਰੇਗਾ? ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ। ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ। ਸੋ ਨਿਆਓ ਇੰਦਰਾਇਣ ਵਾਂਗੂ ਖੇਤ ਦੇ ਕਿਆਰਿਆਂ ਵਿੱਚ ਉੱਗ ਪੈਂਦਾ ਹੈ। ਸਾਮਰਿਆ ਦੇ ਵਾਸੀ ਬੈਤ ਆਵਨ ਦੀਆਂ ਵੱਛੀਆਂ ਨਾਲ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ। ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਹਨ, ਉਹਦਾ ਪ੍ਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ। ਨਾਲੇ ਉਹ ਅਸੁਰ ਨੂੰ ਲੈ ਕੇ ਜਾਇਆ ਜਾਵੇਗਾ। ਉਹ ਝਗੜਾਲੂ ਰਾਜੇ ਦੇ ਨਜ਼ਰਾਨਾ ਹੋਵੇਗਾ। ਅਫਰਾਇਮ ਸ਼ਰਮ ਖਾਵੇਗਾ ਅਤੇ ਇਸਰਾਇਲ ਆਪਣੇ ਮਤੇ ਤੋਂ ਸ਼ਰਮਿੰਦਾ ਹੋਵੇਗਾ। ਸਾਮਰਿਆ ਦੇ ਰਾਜਾ ਇਉਂ ਕੱਟਿਆ ਜਾਵੇਗਾ ਜਿਵੇਂ ਪਾਣੀ ਉੱਤੇ ਸੱਕ ਹੁੰਦੇ ਹਨ। ਆਵਨ ਦੇ ਉੱਚੇ ਸਥਾਨ ਇਸਰਾਇਲ ਦਾ ਪਾਪ ਨਾਸ਼ ਕੀਤੇ ਜਾਣਗੇ। ਉਹਦੀਆਂ ਜਗਦੇਵੀਆਂ ਉੱਤੇ ਕੰਡੇ ਅਤੇ ਕੰਡਿਆਲੇ ਚੜ੍ਹਨਗੇ। ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ, ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ। ਹੇ ਇਸਰਾਇਲ, ਤੂੰ ਗਿਵਾ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈ। ਉਹ ਉੱਥੇ ਹੀ ਲੱਗੇ ਰਹੇ। ਭਲਾ ਲੜਾਈ ਬਿਗਾਹ ਵਿੱਚ ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ। ਜਦ ਮੈਂ ਚਾਹਾਂ, ਮੈਂ ਉਹਨਾਂ ਨੂੰ ਤਾੜਾਂਗਾ ਅਤੇ ਉਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਗਈਆਂ ਜਾਣਗੀਆਂ। ਜਦ ਉਹ ਆਪਣੀਆਂ ਦੋ ਵਰਿਆਈਆਂ ਲਈ
ਅਸੀਰ ਕੀਤੇ ਜਾਣਗੇ। ਅਫਰਾਇਮ ਸਿਖਾਈ ਹੋਈ ਬੱਚੀ ਹੈ ਜਿਹੜੀ ਗਾਂ ਨੂੰ ਪਸੰਦ ਕਰਦੀ ਹੈ ਅਤੇ ਮੈਂ ਉਹਦੀ ਸੋਹਣੀ ਧੌਣ ਨੂੰ ਸਰਫਾ ਕੀਤਾ। ਮੈਂ ਇਫਰਾਇਮ ਨੂੰ ਜੋਤਾਂਗਾ, ਯਹੂਦਾ ਹਲ ਵਾਹੇਗਾ, ਜਾਕੂਬ ਉਸ ਦੇ ਲਈ ਢੀਮਾ ਭੰਨੇਗਾ। ਆਪਣੇ ਲਈ ਧਰਮ ਬੀਜੋ, ਦਇਆ ਅਨੁਸਾਰ ਫਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ। ਹੇ ਯਹੋਵਾ ਦੇ ਭਾਲਣ ਦਾ ਵੇਲਾ ਹੈ, ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਬਹਾਏਗਾ ਅਤੇ ਦੁਸ਼ਟਪੁਣੇ ਦੀ ਵਾਹੀ ਕੀਤੀ। ਤੁਸੀਂ ਬੁਰਾਈ ਵੱਢੀ, ਤੁਸਾਂ ਝੂਠ ਦਾ ਫਲ ਖਾਧਾ, ਕਿਉਂ ਜੋ ਤੈਂ ਆਪਣੇ ਰਾਹ ਉੱਤੇ ਆਪਣੇ ਸੂਰਮਿਆਂ ਦੀ ਵਫਾਦਾਰੀ ਉੱਤੇ ਭਰੋਸਾ ਕੀਤਾ ਹੈ। ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ ਅਤੇ ਤੇਰੇ ਸਾਰੇ ਗੜ ਬਰਬਾਦ ਕੀਤੇ ਜਾਣਗੇ, ਜਿਵੇਂ ਸਲਮਨ ਨੇ ਯੁੱਧ ਦੇ ਦਿਨ ਬੈਤ ਅਰਵੈਲ ਨੂੰ ਬਰਬਾਦ ਕੀਤਾ। ਮਾਂ ਬੱਚਿਆਂ ਲਈ ਸਣੇ ਪਕਾਈ ਗਈ, ਇਉਂ ਬੈਤੈਲ ਤੁਹਾਡੀ ਢਾਈ ਵਧੀ ਦੇ ਕਾਰਨ ਤੁਹਾਡੇ ਨਾਲ ਕਰੇਗਾ। ਸਵੇਰ ਨੂੰ ਇਸਰਾਇਲ ਦਾ ਪਾਤਸ਼ਾਹ ਉੱਕਾ ਹੀ ਮਿਟਾਇਆ ਜਾਵੇਗਾ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 11 ਅਧਿਆਇ। ਯਹੋਵਾ ਇਸਰਾਇਲ ਲਈ ਤਰਸ ਖਾਧਾ। ਜਦ ਇਸਰਾਇਲ ਮੁੰਡਾ ਸੀ, ਮੈਂ ਉਹਨੂੰ ਪਿਆਰ ਕੀਤਾ, ਆਪਣੇ ਪੁੱਤਰ ਮਿਸਰ ਵਿੱਚੋਂ ਸੱਦਿਆ। ਜਿੰਨਾ ਉਹਨਾਂ ਨੇ ਉਹਨਾਂ ਨੂੰ ਸੱਦਿਆ, ਉਨੀ ਦੂਰ ਉਹ ਉਹਨਾਂ ਤੋਂ ਚਲੇ ਗਏ। ਉਹਨਾਂ ਦੇ ਬਾਲਾਂ ਲਈ ਬਲੀਆਂ ਚੜਾਈਆਂ ਅਤੇ ਮੂਰਤੀਆਂ ਲਈ ਧੂਪ ਧੁਖਾਈ। ਮੈਂ ਅਫਰਾਇਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਉਹਨਾਂ ਨਾ ਜਾਤਾ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ। ਮੈਂ ਉਹਨਾਂ ਨੂੰ ਆਦਮੀ ਦੀਆਂ ਰੱਸੀਆਂ ਨਾਲ ਅਤੇ ਪ੍ਰੇਮ ਦੀਆਂ ਬੰਧਨਾਂ ਨਾਲ ਖਿੱਚਿਆ। ਮੈਂ ਉਹਨਾਂ ਲਈ ਉਹ ਬਣਿਆ ਜੋ ਉਹਨਾਂ ਨੂੰ ਜਵਾੜਿਆਂ ਉੱਤੋਂ ਲਗਾਮ ਚੁੱਕਦਾ ਹੈ। ਮੈਂ ਉਹਨਾਂ ਦੀ ਵੱਲ ਝੁੱਕ ਕੇ ਖਵਾਇਆ। ਉਹ ਮਿਸਰ ਦੇਸ਼ ਵਿੱਚ ਨਾ ਮੁੜਨਗੇ, ਪਰ ਅਸੂਰ ਉਹਨਾਂ ਦਾ ਰਾਜਾ ਹੋਵੇਗਾ, ਕਿਉਂ ਜੋ ਉਹਨਾਂ ਦੇ ਮੁੜਨ ਦਾ ਇਨਕਾਰ ਕੀਤਾ। ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ ਅਤੇ ਉਹਨਾਂ ਦੇ ਮਤਿਆਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ। ਮੇਰੇ ਲੋਕ ਮੈਥੋਂ ਫਿਰ ਜਾਣ ਲਈ ਪੱਕ ਕੀਤੇ ਬੈਠੇ ਹਨ। ਉਹ ਅੱਤ ਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹਨਾਂ ਨੂੰ ਨਾ ਵਡਿਆਉਣਗੇ। ਹੇ ਇਫਰਾਇਮ, ਮੈਂ ਤੈਨੂੰ ਕਿਵੇਂ ਛੱਡਾਂ? ਹੇ ਇਸਰਾਇਲ, ਮੈਂ ਤੈਨੂੰ ਕਿਵੇਂ ਤਿਆਗਾਂ? ਮੈਂ ਤੈਨੂੰ ਕਿਵੇਂ ਅਦਮਾਂ ਵਾਂਗੂ ਕਰਾਂ? ਮੈਂ ਤੇਰੇ ਨਾਲ ਕਿਵੇਂ ਸਬੋਇਮ ਵਾਂਗੂ ਵਰਤਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਉੱਕਾ ਹੀ ਗਰਮ ਔਰ ਨਰਮ ਹੋ ਗਿਆ। ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਨਹੀਂ ਵਰਤਾਂਗਾ। ਮੈਂ ਇਫਰਾਇਮ ਦੇ ਨਾਸ਼ ਕਰਨ ਲਈ ਨਹੀਂ ਮੁੜਾਂਗਾ। ਮੈਂ ਪਰਮੇਸ਼ਵਰ ਹਾਂ, ਇਨਸਾਨ ਨਹੀਂ। ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ, ਮੈਂ ਕ੍ਰੋਧ ਨਾਲ ਨਹੀਂ ਆਖਾਂਗਾ। ਉਹ ਯਹੋਵਾ ਦੇ ਪਿੱਛੋਂ ਚੱਲਣਗੇ, ਉਹ ਬੱਬਰ ਸ਼ੇਰਾਂ ਵਾਂਗੂ ਗੱਜਣਗੇ। ਜਦ ਉਹ ਗੱਜੇਗਾ, ਉਹਦੇ ਪੁੱਤਰ ਕੰਬਦੇ ਹੋਏ ਲਹਿੰਦੇ ਵੱਲ ਆਉਣਗੇ। ਉਹ ਮਿਸਰ ਵਿੱਚੋਂ ਪੰਛੀ ਵਾਂਗੂ ਅਤੇ ਅਸੂਰ ਦੇ ਦੇਸ਼ ਵਿੱਚੋਂ ਘੁੱਗੀ ਵਾਂਗੂ ਕੰਬਦੇ ਹੋਏ ਆਉਣਗੇ ਅਤੇ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ। ਯਹੋਵਾ ਦਾ ਵਾਕ ਹੈ। ਅਫਰਾਇਮ ਨੇ ਮੈਨੂੰ ਝੂਠ ਨਾਲ ਅਤੇ ਇਸਰਾਇਲ ਦੇ ਘਰਾਨੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ, ਪਰ ਯਹੂਦਾ ਹੁਣ ਤੱਕ ਪਰਮੇਸ਼ਵਰ ਨਾਲ ਚੱਲਦਾ ਹੈ ਅਤੇ ਪਵਿੱਤਰ ਪੁਰਖ ਦਾ ਵਫਾਦਾਰ ਰਿਹਾ ਹੈ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 12 ਅਧਿਆਇ। ਯਾਕੂਬ ਦਾ ਨਮੂਨਾ। ਅਫਰਾਇਮ ਹਵਾ ਖਾਂਦਾ ਹੈ ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ। ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦਾ ਹੈ। ਉਹ ਅਸੁਰ ਨਾਲ ਨੇਮ ਬੰਦਾ ਹੈ ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ। ਯਹੋਵਾ ਦਾ ਯਹੂਦਾ ਨਾਲ ਝਗੜਾ ਹੈ ਅਤੇ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗੀ। ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗੀ। ਉਸ ਨੇ ਕੁੱਖ ਵਿੱਚ ਆਪਣੇ ਭਰਾ ਨੂੰ ਅੱਡੀ ਫੜੀ ਅਤੇ ਆਪਣੀ ਜਵਾਨੀ ਵਿੱਚ ਪਰਮੇਸ਼ਵਰ ਨਾਲ ਘੁਲਿਆ। ਹਾਂ, ਉਹ ਦੂਤ ਨਾਲ ਘੁਲਿਆ ਅਤੇ ਪਰਬਲ ਪੈ ਗਿਆ। ਉਹ ਰੋ ਕੇ ਉਹਦੀ ਦਇਆ ਮੰਗੀ। ਉਸ ਨੇ ਉਹਨੂੰ ਬੈਤੈਲ ਵਿੱਚ ਲੱਭਾ ਅਤੇ ਉੱਥੇ ਉਹ ਸਾਡੇ ਨਾਲ ਬੋਲਿਆ। ਯਹੋਵਾ ਸੈਨਾ ਦਾ ਪਰਮੇਸ਼ਵਰ, ਯਹੋਵਾ ਉਸ ਦਾ ਯਾਦਗਾਰੀ ਨਾਮ ਹੈ। ਤੂੰ ਆਪਣੇ ਪਰਮੇਸ਼ਵਰ ਵੱਲ ਮੁੜ, ਦਇਆ ਅਤੇ ਨਿਆਂ ਦੀ ਪਾਲਣਾ ਕਰ ਅਤੇ ਸਦਾ ਆਪਣੇ ਪਰਮੇਸ਼ਵਰ ਦੀ ਉਡੀਕ ਕਰ। ਉਹ ਬਣਿਆ ਹੈ, ਉਹਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ। ਉਹ ਤੱਕ ਵੱਲ ਕੇ ਨੂੰ ਪਿਆਰ ਕਰਦਾ ਹੈ। ਅਫਰਾਇਮ ਕਹਿੰਦਾ ਹੈ, ਮੈਂ ਸੱਚਮੁੱਚ ਧਨੀ ਹੋ ਗਿਆ ਹਾਂ। ਮੈਂ ਆਪਣੇ ਲਈ ਧਨ ਜੋੜਿਆ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਨਹੀਂ, ਜਿਹੜੀ ਪਾਪ ਹੈ ਨਾ ਪਾਉਣਗੇ। ਪਰ ਮੈਂ ਮਿਸਰ ਤੋਂ ਯਹੋਵਾ ਤੇਰਾ ਪਰਮੇਸ਼ਵਰ ਰਿਹਾ ਹਾਂ। ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ, ਜਿਵੇਂ ਮਿੱਥੇ ਹੋਏ ਪਰਬਾਂ ਦੇ ਦਿਨਾਂ ਵਿੱਚ। ਮੈਂ ਨਵੀਆਂ ਨਾਲ ਗੱਲ ਕੀਤੀ, ਮੈਂ ਦੁਸ਼ਮਣ ਤੇ
ਦਰਸ਼ਨ ਦਿੱਤਾ ਅਤੇ ਨਵੀਆਂ ਦੇ ਰਾਹੀਂ ਪ੍ਰਮਾਣ ਵਰਤੇ। ਜੇ ਗਿਲਆਦ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ। ਉਹ ਗਿਲਗਾਲ ਵਿੱਚ ਬੈਠ ਕੇ ਟੱਕਦੇ ਹਨ, ਪਰ ਉਹਨਾਂ ਦੀਆਂ ਜਗਦੇਬੀਆਂ ਖੇਤ ਦੇ ਸਿਆਲਾਂ ਉੱਤੇ ਢੇਰਾਂ ਵਰਗੀਆਂ ਹਨ। ਯਾਕੂਬ ਆਰਾਮ ਦੇ ਰੜ ਨੂੰ ਭੱਜ ਗਿਆ। ਇਸਰਾਏਲ ਨੇ ਤੀਵੀਂ ਲਈ ਟਹਿਲ ਕੀਤੀ ਅਤੇ ਤੀਵੀਂ ਲਈ ਭੇਡਾਂ ਦੀ ਰਾਖੀ। ਯਹੋਵਾ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ ਲੈ ਆਇਆ ਅਤੇ ਨਬੀ ਦੇ ਰਾਹੀਂ ਉਹ ਸਾਂਭੇ ਗਏ। ਅਫਰਾਈਮ ਨੇ ਕੋੜਾ ਕਰੋਧ ਚੜਾਇਆ, ਸੋ ਉਹਦੇ ਖੂਨ ਉਹ ਉੱਤੇ ਰੱਖੇ ਜਾਣਗੇ ਅਤੇ ਉਹਦੀ ਨਿੰਦਿਆ ਉਹਦਾ ਪ੍ਰਭੂ ਉੱਤੇ ਮੋੜੇਗਾ। ਆਮੀਨ। ਹੋਸ਼ਿਆ ਦੀ ਕਿਤਾਬ ਉਹਦਾ 13 ਅਧਿਆਇ। ਮੈਥੋਂ ਬਿਨਾ ਕੋਈ ਬਚਾਉਣ ਵਾਲਾ ਨਹੀਂ। ਜਦ ਅਫਰਾਈਮ ਬੋਲਦਾ ਸੀ, ਕਾਂਬਾ ਆ ਪੈਂਦਾ ਸੀ। ਉਹ ਇਸਰਾਏਲ ਵਿੱਚ ਉੱਚਾ ਕੀਤਾ ਗਿਆ, ਪਰ ਉਸ ਬਾਲ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ। ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ। ਉਹ ਸਮਝਣ ਦੇ ਅਨੁਸਾਰ ਬੁੱਤ, ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ, ਉਹ ਉਹਨਾਂ ਦੇ ਵਿਖੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਾਂ ਨੂੰ ਚੁੰਮਣ। ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂ ਹੋਣਗੇ ਅਤੇ ਤੇਲ ਵਾਂਗੂ ਜਿਹੜੀ ਛੇਤੀ ਉੱਡ ਜਾਂਦੀ ਹੈ, ਤੂੜੀ ਵਾਂਗੂ ਜਿਹਨੂੰ ਬਾਬਰੋਲਾ ਪੀੜ ਵਿੱਚੋਂ ਉਡਾ ਲੈ ਜਾਂਦਾ ਹੈ, ਧੂਏ ਵਾਂਗੂ ਜਿਹੜਾ ਮੋਗ ਵਿੱਚੋਂ ਨਿਕਲਦਾ ਹੈ। ਅਤੇ ਮਿਸਰ ਤੋਂ ਯਹੋਵਾ ਤੇਰਾ ਪਰਮੇਸ਼ਵਰ ਰਿਹਾ ਹੈ। ਤੂੰ ਮੈਥੋਂ ਛੁੱਟ ਕੋਈ ਪਰਮੇਸ਼ਵਰ ਨਾ ਜਾਣ ਅਤੇ ਮੈਥੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ। ਮੈਂ ਤੈਨੂੰ ਉਜਾੜ ਵਿੱਚ ਔਰਤੀ ਧਰਤੀ ਵਿੱਚ ਜਾਣਿਆ ਸੀ। ਉਹ ਆਪਣੀਆਂ ਚਰਾਂਦਾਂ ਦੇ ਵਿੱਤ ਅਨੁਸਾਰ ਰੱਜ ਗਏ। ਉਹ ਰੱਜ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ, ਇਸ ਲਈ ਉਹ ਮੈਨੂੰ ਭੁੱਲ ਗਏ। ਸੋ ਮੈਂ ਉਹਨਾਂ ਲਈ ਬੱਬਰ ਸ਼ੇਰ ਵਰਗਾ ਹੋਵਾਂਗਾ ਅਤੇ ਮੈਂ ਚਿੱਤੇ ਵਾਂਗੂ ਰਾਹ ਉੱਤੇ ਘਾਤ ਵਿੱਚ ਬੈਠਾਂਗਾ। ਮੈਂ ਹਿਰਨੀ ਵਾਂਗੂ ਜਿਹਦੇ ਬੱਚੇ ਖੋਹ ਲਏ ਗਏ ਹੋਣ, ਉਹਨਾਂ ਦੇ ਦਿਲ ਦਾ ਪਰਦਾ ਪਾੜ ਸੁੱਟਾਂਗਾ। ਮੈਂ ਸ਼ੇਰਨੀ ਵਾਂਗੂ ਉੱਥੇ ਉਹਨਾਂ ਨੂੰ ਖਾ ਜਾਵਾਂਗਾ। ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ। ਹੇ ਇਸਰਾਏਲ, ਇਹ ਤੇਰੀ ਬਰਬਾਦੀ ਹੈ ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ। ਹੁਣ ਤੇਰਾ ਪਾਤਸ਼ਾਹ ਕਿੱਥੇ ਹੈ? ਭਈ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ ਅਤੇ ਤੇਰੇ ਨਿਆਈ ਜਿਨ੍ਹਾਂ ਦੇ ਵਿਖੇ ਤੈਂ ਆਖਿਆ, ਮੈਨੂੰ ਪਾਤਸ਼ਾਹ ਅਤੇ ਸਰਦਾਰ ਦੇ। ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਪਾਤਸ਼ਾਹ ਦਿੱਤਾ ਅਤੇ ਆਪਣੇ ਕਹਿਰ ਵਿੱਚ ਉਹਨੂੰ ਲੈ ਲਿਆ। ਅਫਰਾਈਮ ਦੀ ਵਧੀ ਬੰਨੀ ਹੋਈ ਹੈ, ਉਹਦਾ ਪਾਪ ਰੱਖਿਆ ਹੋਇਆ ਹੈ। ਜਨਨ ਦੀਆਂ ਪੀੜਾਂ ਉਹਦੇ ਉੱਤੇ ਆ ਪਈਆਂ ਹਨ। ਉਹ ਬੁੱਧਹੀਨ ਪੁੱਤਰ ਹੈ, ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹੋਂ ਅੱਗੇ ਨਹੀਂ ਆਉਂਦਾ। ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕੀ ਮੈਂ ਮੌਤ ਤੋਂ ਉਹਨਾਂ ਦਾ ਨਿਸਤਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਹੋਏਗਾ। ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ, ਹਾਂ ਯਹੋਵਾ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹਦਾ ਸੋਤਾ ਸੁੱਕ ਜਾਵੇਗਾ ਅਤੇ ਉਹਦਾ ਚਸ਼ਮਾ ਖੁਸ਼ਕ ਹੋ ਜਾਵੇਗਾ। ਉਹ ਉਸ ਦੇ ਖਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ। ਸਾਮਰੀਆਂ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਦਾ ਆਕੀ ਹੋ ਗਿਆ ਹੈ। ਉਹ ਤਲਵਾਰ ਨਾਲ ਡਿੱਗਣਗੇ, ਉਹਨਾਂ ਦੇ ਨਿਆਣੇ ਕਟਕਾ ਦਿੱਤੇ ਜਾਣਗੇ ਅਤੇ ਉਹਨਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ। ਹੋਸ਼ੇ ਦੀ ਕਿਤਾਬ ਉਹਦਾ 14 ਅਧਿਆਇ। ਯਹੋਵਾ ਦੀ ਦਇਆ। ਹੇ ਇਸਰਾਏਲ, ਯਹੋਵਾ ਆਪਣੇ ਪਰਮੇਸ਼ਵਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਵਧੀ ਦੇ ਕਾਰਨ ਠੋਕਰ ਖਾਧੀ। ਆਪਣੇ ਨਾਲ ਵਚਨਾਂ ਨੂੰ ਲੈ ਕੇ ਯਹੋਵਾ ਵੱਲ ਮੁੜੋ। ਉਹਨੂੰ ਆਖੋ, ਸਾਰੀ ਵਧੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ ਅਤੇ ਆਪਣੇ ਵੈੜਕਿਆਂ ਦੇ ਥਾਂ ਆਪਣੀਆਂ ਬੁੱਲਾਂ ਨੂੰ ਪੇਸ਼ ਕਰਾਏਗਾ। ਅਸੁਰ ਸਾਨੂੰ ਨਹੀਂ ਬਚਾਵੇਗਾ। ਅਸੀਂ ਘੋੜਿਆਂ ਉੱਤੇ ਨਹੀਂ ਚੜਾਂਗੇ ਅਤੇ ਅਸੀਂ ਫਿਰ ਆਪਣੇ ਹੱਥਾਂ ਦੇ ਕੰਮਾਂ ਨੂੰ ਸਾਡਾ ਪਰਮੇਸ਼ਵਰ ਨਹੀਂ ਕਹਾਏਗਾ। ਤੇਰੇ ਵਿੱਚ ਯਤੀਮ ਰਹਿਮ ਪਾਉਂਦਾ ਹੈ। ਮੈਂ ਉਹਨਾਂ ਨੂੰ ਫਿਰ ਜਾਨ ਦਾ ਇਲਾਜ ਕਰਾਂਗਾ। ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਫਿਰ ਗਿਆ ਹੈ। ਮੈਂ ਇਸਰਾਏਲ ਲਈ ਤੇਲ ਵਾਂਗੂ ਹੋਵਾਂਗਾ। ਉਹ ਸ਼ੋਸ਼ਨ ਵਾਂਗੂ ਹਰਾ ਭਰਾ ਹੋਵੇਗਾ ਅਤੇ ਲਵਾਨੋਨ ਵਾਂਗੂ ਆਪਣੀ ਜੜ ਫੜੇਗਾ। ਉਹਦੀਆਂ ਟਹਿਣੀਆਂ ਖਿਲਰਨਗੀਆਂ। ਉਹਦਾ ਸੁਹੱਪਣ ਜੈਤੂਨ ਦੇ ਬਿਰਛ ਵਾਂਗੂ ਹੋਵੇਗਾ
ਅਤੇ ਉਹਦੀ ਖੁਸ਼ਬੂ ਨਵਾਂ ਲਾਉਣ ਵਾਂਗੂ। ਉਹਦੇ ਸਾਏ ਦੇ ਵਸਨੀਕ ਮੁੜਨਗੇ, ਉਹ ਕਣਕ ਵਾਂਗੂ ਜਿਉਣਗੇ ਅਤੇ ਅੰਗੂਰੀ ਵੇਲ ਵਾਂਗੂ ਹਰੇ ਭਰੇ ਹੋ ਜਾਣਗੇ। ਉਹਨਾਂ ਦੇ ਧੁੰਮ ਲਵਾ ਲਾਉਣ ਦੀ ਮੈਂ ਵਰਗੀ ਹੋਵੇਗੀ। ਹੇ ਅਫਰਾਇਮ, ਫਿਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉਤਰਤਾ ਅਤੇ ਉਹ 'ਤੇ ਧਿਆਨ ਲਾਵਾਂਗਾ। ਮੈਂ ਹਰੇ ਸਰੂ ਵਾਂਗੂ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ। ਕੌਣ ਬੁੱਧਵਾਨ ਹੈ ਭਈ ਉਹ ਇਹਨਾਂ ਗੱਲਾਂ ਨੂੰ ਸਮਝੇ, ਅਤੇ ਸਮਝਣ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ। ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਔਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਆਮੀਨ।